ਇਹੋ ਜਿਹੀ ਬਿੱਲੀ ਗੂੰਗੀ ਹੁੰਦੀ, ਬੋਲਦੀ ਨਹੀਂ ਸੀ। ਸ਼ਰਬਤ ਪੀਣ ਵਾਲਾ ਮੱਛਰ। ਯਕੀਨ ਕਰੋ ਤੁਹਾਡਾ ਜੇ ਖੂਨ ਪੀਵਾਂਗੀ ਨਾ ਉਸ ਤੋਂ ਬਾਅਦ ਜੀਣਾ ਬੰਦਾ ਨਹੀਂ ਮੇਰਾ। ਕਿਆ ਬਾਤ ਹੈ, ਇਹੋ ਜਿਹੀ ਮੱਖੀ ਨਾ ਐਵੇਂ ਖੱਟਾ ਖਾ ਕੇ ਇੱਕ ਅੱਖ ਬੰਦ ਕਰਕੇ ਉੱਡ ਰਹੀ ਹੈ। ਇਹੋ ਜਿਹੀ ਸਪਣੀ ਦੇ ਜੇਬ 'ਚ ਕੁਝ ਵੀ ਨਹੀਂ ਹੁੰਦਾ, ਫਿਰ ਕੁਸ਼ਲ ਜੇਬ 'ਚ ਪਾਈ ਮੌਲੇ ਨੂੰ ਮੌਲਾ ਨਾ ਮਾਰੇ ਚੰਨ ਦੀ 14 ਨੂੰ ਜੰਜ ਲੈ ਕੇ ਆਉਣੀ ਔਰ ਰੋਟੀ ਖੱਟਣੀ ਨਹੀਂ ਚਾਹੀਦੀ ਮੌਲੇ ਨੂੰ। ਤੁਸੀਂ ਇੰਡੀਅਨ ਫਿਲਮ ਦੇਖਦੇ ਹੋ ਨਾ? ਹਾਂਜੀ। ਉਹਦਾ ਹੀਰੋ ਨੇ 12 ਬੰਦੇ ਮਾਰੇ ਨੇ ਤੇ ਉਸ ਤੋਂ ਬਾਅਦ ਉਹ ਡਾਂਸ ਕਰਨ ਲੱਗ ਗਿਆ। ਜਿਹੜਾ ਹੀਰੋ ਵੀ ਬੰਦੇ ਮਾਰ ਕੇ ਕੱਲ ਹੀ ਡਾਂਸ। अस्सलाम वालेकुम नाजरीन, सज्जनों तो बेलियो, मित्रों ते सहेलियों, आप सबको हमारी जानिब से ईद बहुत बहुत मुबारक हो। यकीनन आप लोगों ने ईद का पहला दिन बहुत अच्छे से गुजारा होगा, बहुत सारी ईदियां इकट्ठी की होंगी, बहुत सा फन मजा मस्ती की होगी और हमारे ईद के फर्स्ट डे के फर्स्ट शो को जरूर देखा होगा। हमने सोचा कि आपके साथ क्यों ना ईद का दूसरा दिन भी बहुत मजे के साथ गुजारा जाए। तो हमारे साथ आज स्टूडियो में जो हस्ती मौजूद हैं, यकीन करें उनको देखते ही चेहरे पे मुस्कुराहट आ जाती है। हमारे साथ मौजूद हैं दी लेजेंडरी आर्टिस्ट जनाब हामिद रंगीला साहब। अस्सलाम वालेकुम सर। वालेकुम अस्सलाम। सर इन्ने दुखी क्यों? मैं इन्ना एनर्जेटिक, तुसी उच्ची बोलो, लोग समझेंगे मैं तानू मार के वालेकुम अस्सलाम। मुझे नहीं लगा मैं रेडियो ला लिया। आज सरगोदे में बारिश हो रही है और देखिए क्या हो रहा है, मुझे नहीं पता ये क्या हो रहा है। ये तो आपका प्यार है। ब्रेक फेल है और ताली में लगते हैं। अच्छा हामिद साहब, सबसे पहले मुझे ये बताएं ईद का दिन आपका कैसा गुजरा और बच्चों से को कितनी ईदी दी? लोगों के बच्चों ਨੂੰ ईदी ਦਿੰਦੇ ਕਿ ਸਿਰਫ ਆਪਣੇ ਨਿਆਣਿਆਂ ਨੂੰ ਦੇ ਹੀ ਰੱਖਦੇ ਹੋ? ਅੱਛਾ ਸਾਦੀਆ ਨਾਮ ਤੁਹਾਡਾ? ਹਾਂਜੀ ਹਾਂਜੀ ਹੈ ਤੇ ਫਿਲਹਾਲ ਤੇ ਇਹੀ ਹੈ। ਸਾਦੀਆ ਜੀ ਗੱਲ ਪਤਾ ਕੀ ਹੈਗੀ, ਅੱਜ ਉਹ ਫਿਕਰਾ ਜਿਹੜਾ ਹੈ ਨਾ ਉਹਦੀ ਸਮਝ ਆਈ ਹੈ ਕਿ ਜਦੋਂ ਸਾਡੇ ਵਾਲਦ ਸਾਹਿਬ ਕਹਿੰਦੇ ਹੁੰਦੇ ਸੀ ਕਿ ਈਦ ਬੱਚਿਆਂ ਦੀ ਹੈ, ਹਾਂ ਉਦੋਂ ਸਮਝ ਨਹੀਂ ਸੀ ਆਉਂਦੀ ਕਿ ਯਾਰ ਇਹ ਕਿਉਂ ਇੰਜ ਕਹਿੰਦੇ ਨੇ। ਠੀਕ ਹੈ, ਤੇ ਅਸੀਂ ਬਾਪ ਬਣੇ ਆ ਤੇ ਸਾਨੂੰ ਪਤਾ ਚੱਲਿਆ ਕਿ ਈਦ ਬੱਚਿਆਂ ਦੀ ਹੁੰਦੀ ਹੈ। ਨੋ ਡਾਊਟ। ਤੇ ਛੋਟਿਆਂ ਨੂੰ ਈਦੀ ਦੇਣੀ ਚਾਹੀਦੀ ਹੈ, ਜਿਹੜੇ ਵੱਡੇ ਨੇ ਉਹਨਾਂ ਕੋਲੋਂ ਪਿਸਤੌਲ ਰੱਖ ਕੇ ਲੈਣੀ ਲਾਜ਼ਮੀ ਲੈਣੀ ਚਾਹੀਦੀ ਹੈ। ਤੁਸੀਂ ਮੈਨੂੰ ਇਹ ਦੱਸ ਕੇ ਨਾ ਤੇ ਯਕੀਨ ਕਰੋ ਮੇਰੇ ਮਨ ਦੀ ਦੁਵਿਧਾ ਖਤਮ ਕਰਤੀ ਹੈ। ਹੁਣ ਇਹ ਸ਼ੂਟਿੰਗ ਦੇ ਬਾਅਦ ਤਿਆਰ ਰਹਿਣਾ ਤੁਸੀਂ ਵੀ। नहीं ਅਸੀਂ ਇੱਕ ਬਰਾबर ही। अच्छा आपसे पूछना ही चाहूंगी हामिद साहब कि सबसे पहले मुझे ये बताएं कि आप इस फील्ड में क्यों आए, कैसे आए, आ गए तो फिर वापस क्यों नहीं गए, टिक क्यों गए थे? ਇਹ ਮੇਰੇ ਤਾਏ ਦਾ ਨਾ ਲੜਕਾ ਇਸ ਫੀਲਡ ਦੇ ਵਿੱਚ ਕੰਮ ਕਰਦਾ ਸੀ, ਰਿਆਜ਼ ਸ਼ਾਦ ਉਹਨਾਂ ਦਾ ਨਾਮ ਹੈ। ਅੱਛਾ ਜੀ। ਉਹ ਫੌਤ ਹੋ ਗਏ ਨੇ, ਅੱਲਾ ਉਹਨਾਂ ਨੂੰ ਜੰਨਤਾਂ 'ਚ ਕਰ ਦੇਵੇ। ਅੱਛਾ। ਤੇ ਉਹ ਜਦੋਂ ਸਾਡੇ ਕਿਸੇ ਰਿਸ਼ਤੇਦਾਰਾਂ ਦੀ ਵਿਆਹ ਸ਼ਾਦੀ ਹੁੰਦੀ ਸੀ ਨਾ, ਤੇ ਉੱਥੇ ਉਹ VCR ਦਾ ਦੌਰ ਸੀ ਤੇ ਉਹਦਾ ਇੱਕ ਡਰਾਮਾ ਲਾਜ਼ਮੀ, ਫਿਲਮਾਂ ਦੇ ਵਿੱਚ ਇੱਕ ਡਰਾਮਾ ਵੀ ਉਹਦਾ ਚੱਲਦਾ ਹੁੰਦਾ ਸੀ। ਅੱਛਾ। ਤੇ ਫਿਰ ਉਹ ਮੈਂ ਉਸ ਟਾਈਮ ਗੀਜ਼ਰ 에ਅਰ ਕੂਲਰ ਦਾ ਕੰਮ ਕਰ ਰਿਹਾ ਸੀ। ਉਹ ਇੱਕ ਦਿਨ ਮੇਰੀ ਦੁਕਾਨ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਮੈਨੂੰ, ਮੈਂ ਕਿਹਾ ਖੈਰ ਨਾ ਆਇਓ, ਪਾਣੀ ਛਾਣੀ ਪਿਆਇਆ ਮੈਂ। ਤੇ ਹੁਣ ਤੇ ਮੈਨੂੰ ਰੈਸਲ ਕਹਿਣਾ ਆਉਂਦਾ ਨਾ, ਉਹ ਕਹਿੰਦੇ ਜੀ ਇੱਥੇ ਨਾਲ ਡਰਾਮੇ ਦੀ ਰੈਸਲ ਹੋ ਰਹੀ ਹੈ, ਤੁਸੀਂ ਉੱਥੇ ਚੱਕਰ ਲਾਉਣਾ। ਮੈਂ ਕਿਹਾ ਮੈਂ ਭਾਈ ਨੂੰ ਉੱਥੇ ਕੀ ਕਰਨਾ, ਤੁਸੀਂ ਆਪਣੀ ਰੈਸਲਿੰਗ ਕਰੋ। ਮੈਂ ਕਿਹਾ ਮੈਂ ਰੈਸਲਿੰਗ ਕਿਹਾ। ਤੇ ਉਹ ਕਹਿੰਦਾ ਚਲੋ ਮੈਨੂੰ ਜਾਂਦਾ ਜਾਂਦਾ ਮਿਲ ਜਾਵੀਂ, ਜਾਂਦਾ ਹੋਇਆ ਮੈਨੂੰ ਵੀ ਨਾਲ ਲੈ। ਸਾਈਕਲ ਤੇ ਮੈਂ ਜਾਂਦਾ ਹੁੰਦਾ ਸੀ। ਅੱਛਾ। ਉੱਥੇ ਮੈਂ ਗਿਆ ਤੇ ਉੱਥੇ ਮੈਂ ਜਾ ਕੇ ਫਨਕਾਰ ਪਹਿਲੀ ਵਾਰੀ ਦੇਖੇ ਨੇ। ਉੱਥੇ ਇੱਕ ਸਾਡੇ ਸੀਨੀਅਰ ਫਨਕਾਰ ਨੇ ਅਯੂਬ ਮਿਰਜ਼ਾ ਸਾਹਿਬ। ਅੱਛਾ। ਸ਼ਾਦਾ ਨੀਲਮ, ਅਯੂਬ ਮਿਰਜ਼ਾ ਸਾਹਿਬ, ਸ਼ਬੀਰ ਸਾਹਿਬ ਫੈਸਲਾਬਾਦ ਦੇ। ਉਹਨਾਂ ਨੂੰ ਮੈਂ ਦੇਖਿਆ ਕੰਮ ਕਰਦੇ ਆ ਤੇ ਮੈਨੂੰ ਵੀ ਉੱਥੇ ਜ਼ਰਾ ਸ਼ੌਕ ਪੈਦਾ ਹੋਇਆ ਕਿ ਮੈਂ ਕੰਮ ਕਰਾਂ। ਤੁਸੀਂ ਉਹਨਾਂ ਨੂੰ ਵੇਖਿਆ, ਉਹਨਾਂ ਨੇ ਵੀ ਤੁਹਾਨੂੰ ਵੇਖਿਆ? ਹਾਂ, ਉਹ ਦੇਖ ਰਹੇ ਸੀ ਚੋਰੀ ਚੋਰੀ ਦੇ ਕੌਣ ਬੰਦਾ। ਤੇ ਫਿਰ ਉਸ ਤੋਂ ਬਾਅਦ ਉਹ ਫਿਰ ਮੈਨੂੰ ਸ਼ੌਕ ਪੈ ਗਿਆ ਕੰਮ ਦਾ। ਅੱਛਾ। ਫਿਰ ਆਹਿਸਤਾ 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 ਚੱਲਦੇ ਰਹੇ। अच्छा। ਤੇ अल्हम्दुलिल्लाह ਹੁਣ काम जेड़ा है वो माशाल्लाह, नो डाउट। अब तो पूरी दुनिया आपको जानती है। अच्छा मुझे एक बात बताएं, आपका एक कैरेक्टर है जो बड़ा आजकल फेमस हो रहा है, वो जो मौला जट वाला। सब तो पहले तो मैनू ਇਹ ਦੱਸੋ ਕਿ ਇਹ कैरेक्टर ਤੁਸੀਂ ਕਿਉਂ ਬਣਾਇਆ, ਕਿਹਦੇ ਦਿਮਾਗ ਦਾ ਖਿਆਲ ਸੀ? ਔਰ ਜਰਾ ਜੇ ਤੁਸੀਂ ਸਾਡੇ ਆਡੀਅנס ਦੇ ਨਾਲ ਆਪਣਾ ਉਹ कैरेक्टर ਦੀ ਜਰਾ ਤਾਨੇ ਬਾਨੇ ਸ਼ੇਅਰ ਕਰੋ ਤਾਂ ਮਜ਼ਾ ਹੀ ਆ ਜਾਏ। ਅੱਛਾ ਸਾਦੀਆ ਜੀ, ਬਣਾਇਆ ਨਹੀਂ ਹੈਗਾ ਇਹ, ਮੈਂ ਸਿਰਫ ਨਾ ਰਾਈ ਸਾਹਿਬ ਨੂੰ ਟ੍ਰਿਬਿਊਟ ਦੇਣਾ। ਅੱਛਾ ਜੀ। ਸੁਲਤਾਨ ਰਾਈ ਸਾਹਿਬ ਸਾਡੇ ਅੱਜ ਦੀ ਨਸਲ ਜਿਹੜੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਸੁਲਤਾਨ ਰਾਈ ਸਾਹਿਬ ਸਾਡੇ ਕੋਈ बहुत जीनियस आदमी से। नो डाउट जी। राई साहब का जेड़ा है ना, वो राई साहब जिन्ना काम और इन्ने साल कोई बंदा स्क्रीन ते राज नहीं कर सके। ते मैं मौला जट फिल्म पहलों भी देखी सी ते एवें शूटिंग करते रहना दोस्तां नूं लैके ठिशमा ठिशमा मूंह नहीं करना। ते ओह जदों टेलीविजन केबल नवीं नवीं आई ते मैं गाजियाबाद उदों रहिंदा सी, जदों मैं टेलीविजन लाना उदों मौला जट लगी, जदों मैं टेलीविजन लाना मैं कहा यार पता नहीं की अल्लाह दी तरफों कोई इशारा आ रहा मैनूं की। ओह मैं किरदार जेड़ा है ਉਹ ਇੱਕ ਮੇਰੇ ਤੋਂ ਪਹਿਲਾਂ ਕਾਫੀ ਲੋਕਾਂ ਨੇ ਕੀਤਾ ਹੈ। ਸਾਡੇ ਸੀਨੀਅਰ ਫਨਕਾਰ ਨੇ ਸਖਾਵਤ ਨਾਜ਼ ਸਾਹਿਬ, ਉਹਨਾਂ ਨੇ ਸੁਹੇਲ ਅਹਿਮਦ ਸਾਹਿਬ ਦੇ ਡਰਾਮੇ ਦੇ ਵਿੱਚ ਇੱਕ ਕਿਰਦਾਰ ਕੀਤਾ ਸੀ, ਇਹੀ ਮੌਲਾ ਜੱਟ।
ਤੇ ਫਿਰ ਉਥੋਂ ਮੈਂ ਲੈ ਕੇ ਮੈਂ ਰਾਈ ਸਾਹਿਬ ਨੂੰ ਫਿਰ ਨਾ ਵਾਚ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਖਿਆ ਕਿ ਯਾਰ ਇਹ ਬੰਦਾ ਖਾਲੀ ਫਰੇਮ ਦੇ ਵਿੱਚ ਵੀ ਇੰਜ ਕਰੀ ਜਾ ਰਿਹਾ ਤੇ ਕੁੜੀ ਇਹਦੇ ਮਗਰ ਮਗਰ ਤੇ ਇੱਧਰ ਨੂੰ ਤੁਰ ਪਿਆ ਤੇ ਉਹ ਮੈਂ ਫਿਰ ਨਾ ਇਹਨੂੰ ਮੈਂ ਕਾਮੇਡੀ ਟੱਚ ਦੇ ਕੇ ਨਾ ਇਹਨੂੰ ਮੈਂ ਬਣਾਇਆ। ਫਿਰ ਮੈਂ ਜਿਸ ਵੇਲੇ ਮੈਂ ਰਿਹਰਸਲ ਤੇ ਆਇਆ, ਸਾਡੇ ਇੱਕ ਸੀਨੀਅਰ ਡਾਇਰੈਕਟਰ ਸਾਹਿਬ ਆਏ, ਉਹਨਾਂ ਦਾ ਨਾਮ ਹੈ ਆਪਣਾ ਸਹਿਰਬਾਜ਼ ਸਾਹਿਬ, ਫੌਤ ਹੋ ਗਏ ਨੇ ਉਹ ਵੀ। ਅੱਛਾ। ਉਹਨਾਂ ਨੇ ਮੈਨੂੰ ਕਿਹਾ ਯਾਰ ਕਿਰਦਾਰ ਤੇ ਸਾਰੇ ਵੰਡੇ ਗਏ ਨੇ, ਤੂੰ ਕੀ ਕਰੇਗਾ? ਮੈਂ ਕਿਹਾ ਜੀ ਮੈਂ ਮੌਲਾ ਜੱਟ। ਕਹਿੰਦਾ ਮੌਲਾ ਜੱਟ? ਮੈਂ ਕਿਹਾ ਇਹ ਕੀ ਹੈਗਾ? ਮੈਂ ਕਿਹਾ ਰੋਲ ਹੈਗਾ। ਤੇ ਉਹ ਮੈਂ ਉੱਥੇ ਬਹਿ ਕੇ ਬਣਾਇਆ। ਮੈਂ ਕਿਹਾ ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ, ਤੁਹਾਨੂੰ ਮੌਲਾ ਨੇ ਲੈਣਾ। ਠੀਕ ਹੈ। ਤੇ ਉਹ ਮੈਨੂੰ ਇਹ ਤੇ ਲੰਡੇ ਦਾ ਮੈਨੂੰ ਮੌਲਾ ਜੱਟ ਲੱਗਣ ਡਿਆ। ਤਾਹਨ ਸ਼ਾਹ ਸਾਹਿਬ ਨੇ ਮੈਨੂੰ ਕਿਹਾ ਨਹੀਂ ਨਹੀਂ ਇਹਦਾ ਤੂੰ ਬਣਾ, ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ, ਦੇ ਕੁਛ ਮੌਲਾ ਦੇ ਨਾਲ, ਤੈਨੂੰ ਮੌਲਾ ਨੇ ਬੜਾ ਦੇਣਾ ਹੀ, ਨਹੀਂ ਤੇ ਫਿਰ ਤੈਨੂੰ ਮੌਲਾ ਨਹੀਂ ਆਏਗਾ। ਉਹ ਜਿਸ ਵੇਲੇ ਮੈਂ ਇਸ ਸਟਾਈਲ ਦੇ ਵਿੱਚ ਮੈਂ ਵੜਿਆ, ਉਹ ਇੰਨਾ ਕੁ ਟੋਟਾ ਅੱਲਾ ਬਣਾ ਦਿੰਦਾ ਜਦੋਂ ਗੈਟਅਪ ਮੈਂ ਕਰਨਾ। ਤੇ ਮੈਂ ਅੰਦਰ ਵੜਿਆ ਤੇ ਅੰਦਰ ਵੜ ਕੇ ਉਹ ਮੈਂ ਬੋਲਿਆ, ਓਏ ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ, ਦੇ ਕੁਛ ਮੌਲਾ ਦੇ ਨਾਂ ਦਾ, ਓਏ ਮੌਲਾ ਨੇ ਤੈਨੂੰ ਬੜਾ ਦੇਣਾ ਹੀ, ਨਹੀਂ ਤੇ ਫਿਰ ਤੈਨੂੰ ਮੌਲਾ ਨੇ ਲੈਣਾ ਹੀ, ਮੈਨੂੰ ਸਮਝਾ ਲਿਆ ਰੋਸ਼। ਅੱਛਾ ਵਿੱਚ ਸਟੇ ਵੀ ਦੇਣਾ, ਮੈਨੂੰ ਲੱਗਦਾ ਚਾਬੀ ਦਿੱਤੀ ਡਰ ਕੇ ਲਾਸ਼ ਵੇਖ के भी हंसी लगी, देखो मुंह ऐसे हो गया, हाथ भी विंगे हो गए, इसमें लहर में मत उतारो, तख्ती पे शुक्र लिख दो। ये नहीं था ਹੁੰਦਾ ਥੋੜਾ ਅੱਛਾ ਫੇਰ ਕੀ ਹੋਇਆ? ਉਹ ਫਿਰ ਰੋਲ ਪਬਲਿਕ ਨੂੰ ਲੜ ਗਿਆ, ਪਾਰਟ ਲੜ ਗਿਆ ਉਹ ਕਿ ਸੱਪ ਸੀ? ਨਾ ਸਾਡੀ ਜ਼ੁਬਾਨ 'ਚ ਕਹਿੰਦੇ ਨੇ ਲੜ ਗਿਆ। ਅੱਛਾ ਜੀ। ਸਾਡੀ ਜ਼ੁਬਾਨ 'ਚ ਵੀ ਕਹਿੰਦੇ ਹੋਏ ਰਾਤੀ ਮੈਂ ਉਹਨੂੰ ਬੜਾ ਧੋਤਾ, ਵੀ ਉਹ ਕੰਬਲ ਏ ਮੈਂ ਰਾਤੀ ਉਹਨੂੰ ਬੜਾ ਛਿੱਲਿਆ। ਤੁਹਾਡੀ ਜ਼ੁਬਾਨ, ਤੁਸੀਂ ਉਹਦੇ ਮਾਲਕ ਲੱਗੇ ਹੋਏ ਹੋ? ਮਤਲਬ ਸਾਡੀ ਫੀਲਡ ਦੀ ਜ਼ੁਬਾਨ। ਅੱਛਾ ਜੀ। ਹਾਂ ਇਹੋ ਜੀ ਕੁੜੀ ਈਦ ਵਾਲੇ ਦਿਨ ਡਿੱਗਦੀ ਜ਼ਰੂਰ ਹੁੰਦੀ ਹੈ, शर्मिंदा नहीं होती, मैं हर ईद पे गिरता हूं। अच्छा मैंने गल दसो, फनकारों के जिंदगी के हवाले से ना बहुत सारे जो हैं वो वाकयात होते हैं। जी जी। हमने भी सुना है कि आपके साथ लक्ष्मी चौक में कोई बड़ा कोई वाकया हुआ था। नहीं हुण देखो ना साडे भैन भरावां दा भी दिल करदा ना कि ओ भी जरा चस्के लैन ते सुना दिओ ना गरीबां नूं भी। अच्छा सादी जी उदों ना डबल रोड नहीं सी बनिया। अच्छा सिंगल रोड सी, कोई अपना ਜਿਹੜੀ ਬੱਸ ਚੱਲਦੀ ਨਾ, ਜਿਹੜੀ ਟ੍ਰੇਨ ਚੱਲਦੀ ਹੈ ਜੀ ਜੀ, ਔਰੇਂਜ ਟ੍ਰੇਨ। ਹਾਂਜੀ। ਇਸ ਤੋਂ ਬਾਅਦ ਆੜੂ ਟ੍ਰੇਨ ਵੀ ਆ ਰਹੀ। ਠੀਕ ਹੋ ਗਿਆ। ਔਰੇਂਜ ਟ੍ਰੇਨ ਦਾ ਉਦੋਂ ਪੁਲ ਨਹੀਂ ਸੀ ਬਣਿਆ, ਇਹ ਸਿੰਗਲ ਰੋਡ ਸੀ। ਅੱਛਾ। ਤੇ ਮੈਂ ਨਾਸ ਥੀਏਟਰ ਤੋਂ ਡਰਾਮਾ ਕਰਕੇ ਮੈਂ ਨਿਕਲਿਆ ਤੇ ਮੇਰੇ ਉਸਤਾਦ ਜੀ ਉੱਚੀਆਂ ਸ਼ਾਨਾਂ ਵਾਲੇ ਸ਼ਕੀਲ ਚੰਦ ਸਾਹਿਬ, ਅੱਛਾ ਜੀ, ਉਹਨਾਂ ਨੇ ਮੈਨੂੰ ਗੱਡੀ ਚਲਾਉਣੀ ਹੈ ਨਾ ਸਿਖਾਈ। ਅੱਛਾ ਜੀ। ਤੇ ਉਹਨਾਂ ਦੀ ਗੱਡੀ ਦੇ ਐਫਐਕਸ ਉਹਨਾਂ ਦੀ ਗੱਡੀ ਸੀ ਤੇ ਉਹਨਾਂ ਨੇ ਮੈਨੂੰ ਨਾ ਕਿਹਾ ਚੱਲ ਚਲਾ। ਅੱਛਾ। ਰੈਫਲ ਥੀਏਟਰ ਮੈਂ ਬਾਹਰ ਚਲਾ ਰਿਹਾ ਉੱਥੇ। ਇੱਕ ਵਾਰੀ ਮੈਂ ਬੰਦ ਕੀਤੀ, ਚੱਲਦੇ ਆ, ਫੇਰ ਬੰਦ ਹੋਈ। ਉਹਨਾਂ ਨੇ ਮੈਨੂੰ ਸੀਰੀਅਸ ਹੋ ਕੇ ਕਿਹਾ ਹੁਣ ਮੈਂ ਤੇਰੇ ਮੂੰਹ ਤੇ ਨਾ ਥੱਪੜ ਮਾਰਾਂਗਾ ਅਗਰ ਬੰਦ ਹੋਈ। ਅੱਛਾ ਜੀ। ਤੇ ਮੈਂ ਉਹਨਾਂ ਨਾਲ ਵੇਖਿਆ ਤੇ ਉਹਨਾਂ ਨੇ ਕਿਹਾ ਕਿ ਸਿੱਖਣੀ ਹੈ ਕਿ ਨਹੀਂ। ਮੈਂ ਕਿਹਾ ਯਾਰ ਉਸਤਾਦ ਤੇ ਉਸਤਾਦ ਹੁੰਦਾ, ਮੈਂ ਨਥੀ ਹੋ ਗਿਆ। ਨਥੀ ਦਾ ਮਤਲਬ ਮੈਂ ਠੰਡਾ ਹੋ ਗਿਆ। ਉਹ ਮੈਂ ਉਹਨੇ ਕੇ ਏਰੀਆ ਦੇ ਵਿੱਚ ਮੈਂ ਇਧਰ ਨੂੰ ਚਲਾਈਏ, ਰਿਵਰਸ ਲੈ ਕੇ ਆਇਆ, ਇਧਰ ਨੂੰ ਚਲਾਈਏ। ਤੇ ਉਸ ਤੋਂ ਬਾਅਦ ਮੈਨੂੰ ਉਸਤਾਦ ਜੀ ਨੇ ਇੱਕ ਦਿਨ ਕਿਹਾ ਕਿ ਗੱਡੀ ਜਾ ਲੈ ਜਾ ਤੂੰ ਨਾ ਰੋਡ ਦੇ ਉੱਤੇ, ਬਿਠਾ ਦੇ ਰੋਡ ਤੇ ਜਾ। ਅੱਛਾ। ਮੈਂ ਰੋਡ ਤੇ ਚੜਿਆ, ਮੈਂ ਸ਼ਿਮਲਾ ਪਹਾੜੀ ਤੋਂ ਵਾਪਸ ਆਇਆ। ਉੱਥੇ ਅੱਲਾ ਨੇ ਹੱਥ ਦੇ ਕੇ ਬਚਾਇਆ, ਮੈਂ ਸਾਹਮਣੇ ਮਹਿੰਗੀ ਗੱਡੀ 'ਚ ਵੱਜਣਾ। ਅੱਛਾ। ਉਹ ਖੈਰ ਮੈਂ ਇਹਨਾਂ ਨੂੰ ਨਾਲ ਜਿਹੜਾ ਬੰਦਾ ਬੈਠਾ ਸੀ ਮੈਂ ਉਹਨੂੰ ਵੀ ਕਿਹਾ ਕਿ ਉਸਤਾਦ ਨੂੰ ਨਾ ਦੱਸੀ ਜਾ। ਉਸ ਤੋਂ ਬਾਅਦ ਦੇ ਵਿੱਚ ਨਾ ਅੱਲਾ ਦੀ ਕਰਨੀ ਹੋਈ, ਗੱਡੀ ਆਪਣੀ ਮਿਲ ਗਈ। ਉਸਤਾਦ ਜੀ ਨੇ ਮੈਨੂੰ ਕਿਹਾ ਕੋਈ ਬੰਦਾ ਨਾਲ ਲੈ ਕੇ, ਨਹੀਂ ਮੈਂ ਕਿਹਾ ਮੈਂ ਕੋਈ ਬੰਦਾ ਲੈ ਕੇ ਆਉਣਾ ਜਿਹੜਾ ਗੱਡੀ ਲੈ ਕੇ ਜਾਏਗਾ। ਅੱਛਾ। ਉਸਤਾਦ ਜੀ ਨੇ ਨਾ ਮੈਨੂੰ ਕਿਹਾ ਕਿ ਉਹ ਗੱਲ ਸੁਣ, ਸਾਰੀ ਉਮਰ ਬੰਦਾ ਹੀ ਲੱਭੇਗਾ ਪਾਗਲ ਆਦਮੀ, ਤੇਰੇ ਮੈਂ ਹੱਥ ਵੀ ਸਿੱਧੇ ਕਰਾਏ ਨੇ। ਅੱਜ ਤੂੰ ਅਗਰ ਸਦਰ ਤੋਂ ਗੱਡੀ ਘਰ ਲੈ ਗਿਆ ਨਾ ਗੋਆਲ ਮੰਡੀ, ਸਮਝ ਤੈਨੂੰ ਚਲਾਣੀ ਆ। ਅੱਛਾ ਠੀਕ ਹੈ। ਮੈਂ ਉਹਨਾਂ ਦੇ ਮਗਰ ਮਗਰ ਗੱਡੀ ਲਾਈ ਹੈ, ਪਹਿਲੇ ਗੇਅਰ ਦੇ ਵਿੱਚ, ਦੂਸਰੇ ਗੇਅਰ ਦੇ ਵਿੱਚ। ਉਹਨਾਂ ਦੱਸਿਆ ਸੀ ਮੈਨੂੰ। ਮੈਂ ਸਦਰ ਤੱਕ ਉਹਨਾਂ ਦੇ ਨਾਲ ਆ ਗਿਆ। ਸਦਰ ਅਸੀਂ ਜਾ ਕੇ ਉੱਥੇ ਮਠਿਆਈ ਵਗੈਰਾ ਵੰਡੀ ਹੈ ਸਾਰਾ। ਉਸਤਾਦ ਨੇ ਕਿਹਾ ਵਜ਼ੀਰ ਆਜ਼ਮ ਨੂੰ ਵੀ ਵੰਡ ਲੈਣੇ ਸੀ। ਹਾਂਜੀ ਨਹੀਂ ਨਹੀਂ ਸਦਰ ਹੈ, ਤੁਸੀਂ ਸਦਰ, ਤੁਸੀਂ ਸਰਦਾਰੀ ਸਾਹਿਬ ਸਮਝ ਗਏ। ਨਹੀਂ ਨਹੀਂ ਉਹ ਮਠਾਈ ਖਾਂਦੇ ਨਹੀਂ ਹੁੰਦੇ, ਉਹ ਮਠਾਈ ਲੈਂਦੇ ਹੁੰਦੇ ਨੇ। ਉਹ ਤੇ ਇੰਨਾ ਕਹਿੰਦੇ ਜੋ ਵੀ ਹੁਆ ਮੈਨੇ ਵੀ। ਉਸ ਤੋਂ ਬਾਅਦ ਦੇ ਵਿੱਚ ਨਾ ਫਿਰ ਉਹ ਇਹਨਾਂ ਨੇ ਮੈਨੂੰ ਕਿਹਾ ਵੈਰੀ ਗੁੱਡ ਵੀ ਤੂੰ ਇੱਥੇ ਤੱਕ ਲੈ ਆਂਦੀ, ਐਪਰੀਸੀਏਸ਼ਨ ਮਿਲ ਗਈ। ਹਾਂਜੀ। ਅੱਛਾ। ਉਹ ਤੀਸਰਾ ਦਿਨ ਸੀ ਮੈਨੂੰ ਗੱਡੀ ਚਲਾਉਂਦੇ ਆ। ਅੱਛਾ ਜੀ। ਮੇਰੀ ਵਾਈਫ ਵੀ ਬੜਾ ਖੁਸ਼ ਕਿ ਬਈ ਗੱਡੀ ਚਲਾ ਰਿਹਾ ਹੈ। ਤੇ ਉਹ ਲక్ష్ਮੀ ਚੌਕ, ਮੈਂ ਨਾਸ ਥੀਏਟਰ ਤੋਂ ਡਰਾਮਾ ਕਰਕੇ ਨਿਕਲਿਆ ਤੇ ਉਦੋਂ ਇਹ ਨਵਾਂ ਨਵਾਂ ਨਾ ਆਇਆ ਸੀ ਕਿ 15 ਰੁਪਏ ਮੰਗਾ ਲਓ ਤੁਸੀਂ ਫੋਨ ਤੇ। ਅੱਛਾ। ਉਹ ਮੈਂ ਫੋਨ ਕਰਨ ਨੂੰ ਲਾਇਆ ਤੇ ਉਹ ਕਹਿ ਰਹੀ ਹੈ ਕਿ ਆਪਨੇ ਪਹਿਲੇ ਐਡਵਾਂਸ ਲੈ ਲਿਆ ਹੈ। ਅੱਛਾ। ਉਹਦੇ ਨਾਲ ਮੇਰੀ ਗੁਫ਼ਤਗੂ ਚੱਲ ਰਹੀ ਹੈ। ਅੱਛਾ ਜੀ। ਤੇ ਮੈਨੂੰ ਹੁਣ ਇਹ ਨਹੀਂ ਪਤਾ ਕਿ ਪਹਿਲੇ ਗੇਅਰ ਦੇ ਵਿੱਚ ਗੱਡੀ ਥੱਲੋਂ ਨਿਕਲਦੀ ਹੈ।
ਲక్ష్ਮੀ ਚੌਂਕ ਤੁਸੀਂ ਉਹ ਟਿੱਕੀਆਂ ਵਾਲੇ ਦੇਖੇ ਨੇ? जी जी बिल्कुल ਕਿੰਨਾ देखते ਰਸ਼ हैं, ਹੁੰਦਾ, बहुत ਸਭ ज्यादा। ਖਾਲੀ ਹੋ ਗਿਆ। ਮਤਲਬ ਗੱਡੀ ਮੈਂ ਉਧਰ ਨੂੰ ਮੋੜੀ, ਇੱਕ ਹੱਥ ਦੇ ਨਾਲ ਮੇਰੇ ਫੋਨ ਕਰਨਾ ਤੇ ਮੈਂ ਬ੍ਰੇਕ ਨਹੀਂ ਲਾ ਰਿਹਾ, ਮੈਂ ਰੇਸ ਦੇਈ ਜਾ ਰਿਹਾ ਤੇ ਦੁਨੀਆ ਦੌੜ ਰਹੀ ਹੈ ਗਾਜਰ ਮੂਲੀ ਦੀ ਤਰ੍ਹਾਂ। ਇੰਨੇ ਲੋਕ ਦੇਖ ਰਹੇ ਨੇ, ਗੱਡੀ ਜਾਈ ਜਾ ਰਹੀ, ਉਧਰ ਨੂੰ ਮੈਂ ਹੈਂਡਲ ਖਿੱਚ ਰਿਹਾ ਤੇ ਉਹਨੂੰ ਦੇ ਮੋਟਰਸਾਈਕਲ ਚਲਾਉਂਦਾ ਰਿਹਾ ਮੈਂ ਹੈਂਡਲ ਨੂੰ ਖਿੱਚ ਰਿਹਾ ਤੇ ਰੇਸ ਦੇਈ ਜਾ ਰਿਹਾ। ਹੁਣ ਅਗਰ ਮੈਂ ਉਹ ਚੁੱਲ੍ਹੇ 'ਚ ਨਾ ਵੱਜਦਾ ਜਿਹੜਾ ਉਹ ਬਣਾ ਰਿਹਾ ਸੀ ਤੇ ਮੈਂ ਅੰਦਰ ਜਾਣਾ ਸੀ ਪੀਸੀਓ ਦੇ, ਜਿੱਥੋਂ ਲੋਡ ਕਰਾਉਣਾ। ਉਸ ਤੋਂ ਬਾਅਦ ਇਹ ਨਾ ਉਹ ਅੱਲਾ ਮਾਫ ਕਰੇ, ਧਮਾਕੇ ਦਾ ਦੌਰ ਸੀ हाँ हाँ ਉਦੋਂ, ਬੰਬ ਬੜੇ ਬਲਾਸਟ ਹੁੰਦੇ ਸੀ अच्छा ਪੂਰੇ ਪੰਜਾਬ ਪਾਕਿਸਤਾਨ ਦੇ। हम्म ਉਹ ਉਧਰੋਂ ਨਾ ਬੱਟ ਕੜਾਈ ਤੋਂ ਲੋਕ ਦੌੜੇ ਨੇ ਕਿ ਦਹਿਸ਼ਤਗਰਦੀ ਗੱਡੀ ਚੜ ਗਈ। ਉਹ ਮੇਰਾ ਨਾ ਰੂਹ ਕੀਤਾ ਕਿ ਮੈਂ ਨਾ, ਦੁਨੀਆ ਬੜੀ ਇਕੱਠੀ ਹੋ ਗਈ, ਮੈਂ ਕਿਹਾ ਕੋਈ ਚੀਜ਼ ਚੁੱਕ ਕੇ ਆਪਣੇ ਸਿਰ 'ਚ ਮਾਰ ਲੈਣਾ। हाँ तो क्या मैं पागल हूँ? ਬਾਹਰ ਆਵਾਂਗਾ ਤੇ ਮੇਰੇ ਲਹੂ ਨਿਕਲਦਾ ਹੋਏਗਾ, ਲੋਕ ਦੇਖ ਕੇ ਕਹਿਣਗੇ ਇਹਨੂੰ ਵੀ ਸੱਟ ਲੱਗੀ। ਫਿਰ ਮੈਂ ਕਿਹਾ ਯਾਰ ਮੈਨੂੰ ਤੇ ਕਾਫੀ ਅਰਸਾ ਹੋ ਗਿਆ ਇੱਥੇ ਲਾਹੌਰ ਹੋਟਲ ਰਹਿੰਦੇ ਆ, ਤੇ ਉਹ ਲੋਕ ਚੇਦਾ ਮੇਰਾ ਬਣ ਜਾਏਗਾ, ਲੋਕ ਕਹਿਣਗੇ ਇਹਨੇ ਕੋਈ ਚੀਜ਼ ਮਾਰੀ, ਕਿਉਂਕਿ ਲੋਕ ਵੇਖ ਰਹੇ ਨੇ, ਬਾਹਰ ਕੱਢੋ ਇਹਨੂੰ, ਬਾਹਰ ਕੱਢੋ। ਮੈਂ ਥੋੜੀ ਦੇਰ ਬਾਅਦ ਬਾਹਰ ਨਿਕਲਿਆ, ਉਹ ਇੱਕ ਬੰਦੇ ਨੇ ਮੈਨੂੰ ਵੇਖਿਆ, ਜਾਣਦੇ ਹੋ ਮੈਨੂੰ ਸਾਰੇ ਹੀ ਸੀ ਚੌਂਕ ਵਾਲੇ। ਉਹ ਇੱਕ ਬੰਦੇ ਨੇ ਵੇਖਿਆ, ਉਹਨੇ ਕਿਹਾ ਯਾਰ ਅਹਿਮਦ ਰੰਗੀਲਾ ਜੇ, ਸ਼ੁਕਰ ਹੈ ਮੈਂ ਕਿਹਾ ਕਿਸੇ ਨੇ ਤਾਂ ਪਛਾਣਿਆ। ਹੁਣ ਮੈਂ ਆਪਣੀ ਗੱਡੀ ਨਹੀਂ ਵੇਖੀ, ਮੈਨੂੰ ਪਰਨ ਲੈ ਗਿਆ ਔਰ ਦੂਸਰੀ ਦੁਕਾਨ ਵਾਲੇ ਨੇ ਮੈਨੂੰ ਬਿਠਾਇਆ, ਪਾਣੀ ਪੂਣੀ ਪਿਆਇਆ, ਮੈਨੂੰ ਕਹਿੰਦਾ ਹੋਇਆ ਕੀ ਸੀ? ਮੈਂ ਕਿਹਾ ਬ੍ਰੇਕ ਹੀ ਨਹੀਂ ਲੱਗਾ। ब्रेक लाओगे तो लगेगी ना सर जी। ਕਹਿੰਦਾ ਲਾਉਣੀ ਨਹੀਂ ਸੀ ਆਉਂਦੀ। ਮੈਂ ਕਿਹਾ ਸਮਝ ਹੀ ਨਹੀਂ ਲੱਗੀ। ਕਦੋਂ ਦੀ ਚਲਾ ਰਹੇ ਆ? ਮੈਂ ਕਿਹਾ ਕੱਲ ਲਈ, ਅੱਜ ਚਲਾ ਰਹੇ ਆ। ਉਸ ਤੋਂ ਬਾਅਦ ਦੇ ਵਿੱਚ ਨਾ ਉਹਨੂੰ ਟਿੱਕੀਆਂ ਵਾਲੇ ਨੂੰ ਬੁਲਾਇਆ, ਉਹਨੂੰ ਕਹਿੰਦਾ ਕਿ ਕਿੰਨਾ ਨੁਕਸਾਨ ਹੋਇਆ ਤੇਰਾ? हाँ ਉਹ ਵਿਚਾਰੇ ਦੇ ਇੱਥੇ ਨਾ ਤੇਲ ਰੁੜ ਗਿਆ ਤੇ ਉਹਦੇ ਸੱਟ गरम गरम ਆਹੋ। ਤੇ ਉਹਨੂੰ ਕਹਿੰਦਾ ਹਾਂ ਤੇਰਾ ਕਿੰਨਾ ਨੁਕਸਾਨ ਹੋਇਆ? ਤੇ ਉਹ ਕਹਿੰਦਾ 4 ਮੰਜੇ ਟੁੱਟ ਗਏ, 12 ਕੁਰਸੀਆਂ, 8 ਦਰਜਨਾਂ ਆਂਡਿਆਂ ਦੀਆਂ। ਮੈਂ ਪਹਿਲੇ ਬੰਦੇ ਦਾ ਸਮਾਨ ਬਣਾ ਹੀ ਗਿਆ ਸੀ, ਸਾਰੇ ਗਾਹਕ ਵੀ ਦੌੜ ਗਏ, ਚੌਂਕ ਵੇਖ ਲੋ ਵਿਹਲਾ ਹੋ ਗਿਆ। 14,000 ਰੁਪਇਆ। ਮੈਂ ਕਿਹਾ ਮਾਮਾ ਮੈਂ ਰੋਜ਼ ਮਾਰ ਕੇ ਜਾਂਦਾ। ਉਹ ਸਾਦੀ ਹੈ ਜੀ, ਮੈਂ 1.5 ਸਾਲ ਬਾਅਦ ਉਸੇ ਹੀ ਬਾਜ਼ਾਰ ਦੇ ਵਿੱਚ ਗਿਆ, अच्छा ਚੌਂਕ ਦੇ ਵਿੱਚ, ਉਹ ਸਾਰੇ ਉੱਠ ਕੇ ਖਲੋ ਗਏ। तो फिर वो क्या लगा? ਫੇਰ ਆ ਗਏ। ਉਸ ਤੋਂ ਬਾਅਦ ਮੈਂ ਉਹਨਾਂ ਕਿਹਾ ਬੈਜੋ ਬੈਜੋ ਮੈਂ ਸਿੱਖ ਲਿਆ। ਲੋਡ ਕਰਾਉਣ ਮੈਂ ਗਿਆ, ਪਠਾਨ ਕਹਿੰਦਾ 1.5 ਸਾਲ ਕਿਧਰ था? ਮੈਂ ਕਿਹਾ ਗਾੜੀ सीख रहा। ਮੇਰੀ ਵਾਈਫ ਨਾਲ ਜਾ ਰਹੀ, ਕਹਿੰਦੀ ਇਹ ਚੌਂਕ ਸੀ? ਮੈਂ ਕਿਹਾ ਉਂਗਲੀ ਵੀ ਨਾ ਕਰ, ਇੰਨਾ ਮੈਂ ਡਰ ਗਿਆ। ਨਹੀਂ ਤੇ ਵੈਸੇ ਆਪਸ ਦੀ ਗੱਲ ਹੈ ਕਿ ਕੀ ਤੁਹਾਨੂੰ ਚੱਕੀ ਥੱਲੇ ਹੱਥ ਆਇਆ ਸੀ ਕਿ ਤੁਸੀਂ ਨਵੀਂ ਗੱਡੀ ਲੈ ਕੇ ਤੇ ਉਸੇ ਦਿਨ ਚਲਾਣੀ ਵੀ ਸੀ? ਨਹੀਂ ਉਹ ਹੈ ਨਾ ਸਾਦੀ ਹੈ ਜੀ, ਜਿਹੜੇ ਬੰਦੇ ਦੇਖੋ ਹਜੇ ਵੀ ਮੈਨੂੰ ਇਹ ਗੱਡੀ ਜਿਹੜੀ ਨਾ, ਕੋਈ ਵੀ ਕਨਵੇਂਸ ਹੈ, ਜਹਾਜ਼ ਹੈ, ਗੱਡੀ ਹੈ, ਮੋਟਰਸਾਈਕਲ ਹੈ, ਇਹਦੇ ਤੇ ਬੰਦੇ ਨੂੰ ਅਬੂਰ ਹਾਸਲ ਕਦੀ ਵੀ ਨਹੀਂ ਹੁੰਦਾ। ਸ਼ੈਤਾਨੀ ਕੰਮ ਹੈ, ਇਹ ਰੱਬ ਹੀ ਚਲਾਉਂਦਾ ਹੈ, ਜਹਾਜ਼ ਵੀ, ਗੱਡੀ ਵੀ, ਸਾਰਾ ਕੁਝ। ਅੱਛਾ। ਤੇ ਉਹ ਮੈਨੂੰ ਇਹ ਸੀ ਨਵਾਂ ਮੈਨੂੰ ਇਹ ਇਲਮ ਨਹੀਂ ਸੀ ਕਿ ਪਹਿਲੇ ਗੇਅਰ ਦੇ ਵਿੱਚ ਗੱਡੀ ਇੰਜ ਨਿਕਲਦੀ। ਹੁਣ ਤਾਂ ਮੈਨੂੰ ਪਤਾ ਨਾ ਕਿ ਪਹਿਲੇ ਗੇਅਰ 'ਚ ਗੱਡੀ ਇੰਜ ਕਰਕੇ ਨਿਕਲਦੀ, ਤੇ ਦੂਜੇ ਜਰਾ ਸਲੋ ਹੋ ਜਾਂਦਾ, ਫਿਰ ਤੀਸਰੇ 'ਚ, ਫਿਰ ਬਿਲਕੁਲ ਚੌਥੇ 'ਚ, ਤੇ ਫਿਰ ਅੱਛਾ। ਜਾਂ ਇੱਕ ਵਾਰੀ ਮੈਂ ਨਾ ਬੜੀ ਧੁੰਦ ਪਈ ਤੇ ਮੈਂ ਸ਼ਾਲੀਮਾਰ ਥੀਏਟਰ ਤੋਂ ਭੱਠਾ ਚੌਂਕ ਤੋਂ ਡਰਾਮਾ ਕਰਕੇ ਆ ਰਿਹਾ। ਅੱਛਾ। ਉਹ ਟਿਕ ਟਿਕ ਮੇਰੇ ਅੱਗੇ ਗੱਡੀ ਦਾ ਇਸ਼ਾਰਾ ਲੱਗਾ ਤੇ ਮੈਂ ਉਹਦੇ ਪਿੱਛੇ ਪਿੱਛੇ ਗੱਡੀ ਲਾਤੀ। ਉਹ ਵੀ ਜਾਈ ਜਾ ਰਿਹਾ, ਮੈਂ ਵੀ ਜਾਈ ਜਾ ਰਿਹਾ। ਇੱਕ ਜਗ੍ਹਾ ਤੇ ਗੱਡੀ ਰੁਕ ਗਈ ਜਾ, ਅੱਛਾ। ਮੈਂ ਵੀ ਰੁਕ ਗਿਆ ਤੇ ਬੰਦਾ ਬਾਹਰ ਨਿਕਲਿਆ ਤੇ ਕਹਿੰਦਾ ਹਾਂਜੀ ਭਾਜੀ। ਉਹਨੇ ਆਪਣੀ ਗਰਾਜ ਚ ਲਾਈ ਹੈ ਤੇ ਮੈਂ ਵੀ ਪਿੱਛੇ ਹੀ ਲਾ ਦਿੱਤੀ। ਉਹਨੇ ਫਿਰ ਮੈਨੂੰ ਪਛਾਣ ਲਿਆ, ਉਹਨੇ ਇਸ ਤੇ ਆਮ ਰੰਗੀਲਾ ਨਹੀਂ। ਮੈਂ ਕਿਹਾ ਮੈਨੂੰ ਲੱਗਾ ਮੇਰੇ ਪਿੱਛੇ ਡਾਕੂ ਲੱਗੇ, ਉਹਦੀ ਕੋਠੀ ਦੇ ਅੰਦਰ ਹੀ ਵੜ ਗਏ। हाँ बस आप शुक्र करो कि उन्होंने ਤੁਹਾਨੂੰ ਬੰਨ ਕੇ ਮਾਰਿਆ नहीं। चोर नहीं कितने समझ लिया, पहचान लिया हमने। वैसे माशाल्लाह अल्लाह ने आपको बड़ी इज्जत दी है, लोग आपको चेहरे से जानते हैं, पहचानते हैं और लोग मतलब फेमस है आप लोगों में। तो ਉਹ ਕਿਹੜੀ ਹਰਕਤ ਐਸੀ ਹੈ ਜਿਹੜੀ ਤੁਸੀਂ ਕਰ ਬੈਠੇ ਹੋ ਅੱਜ ਤੱਕ ਸ਼ਰਮਿੰਦਾ ਹੁੰਦੇ ਕਿ ਯਾਰ ਮੈਨੂੰ ਇਹ ਨਹੀਂ ਸੀ ਕਰਨੀ ਚਾਹੀਦੀ ਲੋਕਾਂ ਸਾਹਮਣੇ, ਮੈਂ ਬਾਰੇ ਸੁਣਨਾ ਵਾ? ਉਹ ਨਹੀਂ, ਐਸੀ ਹਰਕਤ ਕੋਈ ਵੀ ਜ਼ਿੰਦਗੀ ਦੇ ਵਿੱਚ ਨਹੀਂ ਹੋਈ ਜਿਹੜਾ ਕਿ ਮੈਂ ਸੋਚਾਂ ਕਿ ਮੈਨੂੰ ਇਹ ਨਹੀਂ ਸੀ ਕਰਨੀ। ਅੱਛਾ। ਹਾਂ, ਇਨਸ਼ਾਅੱਲਾ ਅੱਲਾਹ ਦੀ ਰਹਿਮਤ ਨਾਲ ਕੰਮ ਜਿਹੜਾ ਵੀ ਕੀਤਾ ਹੈ ਉਹਨੂੰ ਦਿਲ ਲਾ ਕੇ ਕੀਤਾ ਔਰ ਮਿਹਨਤ ਦੇ ਨਾਲ। ਅੱਛਾ। ਤੇ ਜਿਹੜੀ ਅੱਜ ਕੱਲ ਆਈਟਮ ਚੱਲ ਰਹੀ ਹੈ ਬਹੁਤ, ਉਹ ਡਰਾਮਾ ਮੈਂ ਕਰ ਰਿਹਾ ਸੀ, ਸੌਰੀ ਮੈਂ ਪ੍ਰੋਗਰਾਮ ਇੱਕ ਕਰ ਰਿਹਾ ਸੀ, ਹਫਰਾ ਜ਼ਫਰੀ। ਅੱਛਾ। ਉਸ ਜਗ੍ਹਾ ਤੇ ਨਾ ਵਾਜਿਦ ਖਾਨ ਸਾਹਿਬ, ਜ਼ਫਰੀ ਖਾਨ ਸਾਹਿਬ ਦੇ ਕਜ਼ਨ ਨੇ ਜੀ ਜੀ, ਉਹ ਮਤੀਰਾ ਆਈ ਮਹਿਮਾਨ ਤੇ ਮੈਂ ਇੰਨੀ ਕਦਾੜੀ ਲਾ ਕੇ ਨਾ ਅੰਗਰੇਜ਼ ਬਣਿਆ ਸੀ। ਅੱਛਾ ਜੀ। ਉਹ ਮੈਨੂੰ ਕਹਿੰਦਾ ਕਿ ਹਾਂ ਬਈ, ਵਾਜਿਦ ਖਾਨ ਕਹਿੰਦਾ ਜੀ ਰਮੀਲਾ ਸਾਹਿਬ, ਮੌਲਾ ਜੱਟ ਦਾ ਅਗਰ ਇਹ ਗੈਟਅਪ ਹੋਵੇ ਤੇ ਕੀ ਹੋਵੇ। ਤੇ ਮੈਂ ਨਾ ਐਵੇਂ ਗਿਟਾਰ ਫੜੀ ਸੀ, ਮੈਂ ਉਹਨੂੰ ਕਿਹਾ ਮੌਲੇ ਨੂੰ
ਮੌਲਾ ਨਾ ਮਾਰੇ ਮੌਲਾ ਨਹੀਂ ਮਰਦਾ। ਉਹ ਫਿਰ ਸ਼ਕੀਲ ਚੰਦ ਸਾਹਿਬ ਨੇ ਇਹਦੀ ਧੁਨ ਬਣਾਈ ਕਿ ਨਹੀਂ, ਇਹਨੂੰ ਫਾਸਟ ਕਰਦਾ। अच्छा ਮੌਲੇ ਨੂੰ ਮੌਲਾ ਨਾ ਮਾਰੇ ਮੌਲਾ ਨਹੀਂ ਮਰਦਾ ਮੌਲਾ ਨਹੀਂ ਮਰਦਾ ट्विन ट्विन ਇਹਨੂੰ ट्विन ਸਮਝਾ ਲੈ ਰੋਸ਼ਨਾ ਤਾ 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 ਮੌਲੇ ਨੂੰ ਮੌਲਾ ਨਾ ਮਾਰੇ ਮਲਕਾਰੇ ਪੋਟਰੇ ਮਾਰੇ ਤੇਰੇ ਡੋਟਰੇ ਵੀ ਮਾਰੇ ਮੌਲੇ ਨੂੰ ਮੌਲਾ ਨਾ ਮਾਰੇ ਚੰਨ ਦੀ 14 ਨੂੰ ਜੰਜ ਲੈ ਕੇ ਆਉਣੀ ਔਰ ਰੋਟੀ ਖੱਟਣੀ ਨਹੀਂ ਚਾਹੀਦੀ ਮੌਲੇ ਨੂੰ। एक बात बताएं ਜੀ ਜੀ ਇਹ ਜਿਹੜੇ ਸਾਡੇ ਸੁਲਤਾਨ ਦਾ ਹਿਸਾਬ ਸਨ ਜੀ ਜੀ। ਇਹ ਹਰ ਵੇਲੇ ਇੰਜ ਘੂਰੀਆਂ ਕਿ ਉਹਨਾਂ ਨੂੰ ਕੋਈ ਦੌਰਾ ਸ਼ੁਰਾ ਪੈਂਦਾ ਸੀ ਜਾਂ ਫਿਰ ਉਹਨਾਂ ਨੂੰ ਕੋਈ ਜਨਾਤ ਦਾ ਕੋਈ ਮਸਲਾ ਸੀ? ਉਹ ਹਰ ਵੇਲੇ ਕੈਮਰੇ ਨੂੰ ਘੂਰੀਆਂ ਪਾਉਂਦੇ ਸੀ, ਹੀਰੋਇਨ ਨੂੰ ਘੂਰੀਆਂ ਪਾਉਂਦੇ ਸੀ ਔਰ ਹਰ ਵੇਲੇ ਨਾਰਾਜ਼ ਹੀ ਰਹਿੰਦੇ ਸੀ। ਵਿਚਾਰੀ ਨੱਚ ਨੱਚ ਕੇ ਖੱਪ ਕੇ ਪੂਰਾ ਜਿਹੜਾ ਖੇਤ ਉਜਾੜ ਛੱਡਦੀ ਸੀ। ਰਾਈ ਸਾਹਿਬ ਉਹਦੇ ਵੱਲ ਵੇਖਦੇ ਵੀ ਨਹੀਂ ਸੀ। ਇਹ ਕੀ ਮਸਲਾ ਸੀ? ਦੇਖੋ ਤੁਸੀਂ ਇੰਡੀਅਨ ਫਿਲਮ ਦੇਖਦੇ ਹੋ ਨਾ, ਹਾਂਜੀ ਉਹਦਾ ਹੀਰੋ ਨੇ 12 ਬੰਦੇ ਮਾਰੇ ਨੇ ਤੇ ਉਸ ਤੋਂ ਬਾਅਦ ਉਹ ਡਾਂਸ ਕਰਨ ਲੱਗ ਗਿਆ। ਕਿਹੜਾ ਹੀਰੋ ਵੀ ਬੰਦੇ ਮਾਰ ਕੇ ਕੱਲ ਹੀ ਡਾਂਸ ਕਰਨ ਲੱਗਿਆ? ਇਸ ਲਈ ਰਾਈ ਸਾਹਿਬ ਦਾ ਸਟਾਈਲ ਸੀ। ਔਰ ਰਾਈ ਸਾਹਿਬ ਜਿਹੜੇ ਲੋਕਾਂ ਨੇ ਰਾਈ ਸਾਹਿਬ ਦੇ ਨਾਲ ਵਕਤ ਕੱਢਿਆ ਹੈ, ਉਹਨਾਂ ਦੇ ਕੋਲੋਂ ਮੈਨੂੰ ਇਹ ਗੱਲ ਲੱਭੀ। ਉਹਨਾਂ ਨੇ ਦੱਸਿਆ ਹੈ ਕਿ ਸੁਲਤਾਨ ਰਾਈ ਸਾਹਿਬ ਜਦੋਂ ਸਟਰਗਲ ਦੌਰ ਸੀ ਨਾ ਉਹਨਾਂ ਦਾ, ਉਹਨਾਂ ਨੂੰ ਕਿਸੇ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਬੱਬਰ ਸ਼ੇਰ ਨਹੀਂ ਹੁੰਦਾ ਵੱਡਾ ਜਿਹੜਾ, ਉਹਨੂੰ ਤੁਸੀਂ ਆਪਣੇ ਹੱਥੀ ਗੋਸ਼ਤ ਪਾਓ, ਠੀਕ ਹੈ, ਸਦਕੇ ਦਾ ਜਾਂ ਜੋ ਵੀ ਹੈ, ਤੇ ਤੁਹਾਡਾ ਨਾ ਕੰਮ ਸਿੱਧਾ ਹੋ ਜਾਏਗਾ। ਅੱਛਾ ਜੀ। ਤੇ ਤੁਸੀਂ ਗੋਸ਼ਤ ਉਹਨੂੰ ਪਾ ਕੇ ਨਾ, ਤੇ ਉਹਨੂੰ ਪਹਿਲਾਂ ਗੋਸ਼ਤ ਪਾਉਣ ਤੋਂ ਪਹਿਲਾਂ ਸ਼ੇਰ ਨੂੰ ਦੇਖਣਾ ਹੈ, ਤੇ ਫਿਰ ਜਦੋਂ ਸ਼ੇਰ ਖਾ ਲੇਗਾ ਗੋਸ਼ਤ ਉਦੋਂ ਦੇਖਣਾ। ਅੱਛਾ। ਤੇ ਉਹ ਸੁਲਤਾਨ ਰਾਈ ਸਾਹਿਬ ਨੇ ਨਾ ਇੱਕ ਬਾਬਾ ਜੀ ਹੈਗੇ ਨੇ ਜਿਹੜੇ ਫਿਲਮਾਂ ਦੇ ਵਿੱਚ ਸਭ ਪ੍ਰੋਵਾਈਡ ਕਰਕੇ ਦਿੰਦੇ ਜੀ, ਕਿਉਂਕਿ ਤੁਸੀਂ ਚਿੜੀਆ ਘਰ ਗੋਸ਼ਤ ਨਹੀਂ ਲੈ ਕੇ ਜਾ ਸਕਦੇ, ਉਹ ਚੀਜ਼ਾਂ ਚੋਂ ਨਾਲ ਲਿਜਾ ਸਕਦੇ। ਉਹਨਾਂ ਨੇ ਉਹ ਬੰਦੇ ਦੇ ਥਰੂ ਅੰਦਰ ਗੋਸ਼ਤ ਲੈ ਕੇ ਗਏ। ਉਹ ਨਾ ਭੁੱਖਾ ਸੀ ਸ਼ੇਰ, ਤੇ ਉਹਨਾਂ ਨੇ ਵੇਖਿਆ ਤੇ ਉਹ ਸ਼ੇਰ ਨਾ ਫਿਰ ਰਿਹਾ ਸੀ, ਇੰਨਾ ਨਹੀਂ ਫਿਰ ਰਿਹਾ ਸੀ। ਅੱਛਾ। ਜਦੋਂ ਉਹਨਾਂ ਨੇ ਸ਼ੇਰ ਨੂੰ ਗੋਸ਼ਤ ਪਾ ਦਿੱਤਾ, ਉਸ ਤੋਂ ਬਾਅਦ ਉਹ ਗੋਸ਼ਤ ਖਾ ਕੇ ਜਦੋਂ ਬੈਠਾ ਹੈ ਨਾ, ਤੇ ਉਹ ਇੰਜ ਕਰ ਰਿਹਾ ਸੀ। ਅੱਛਾ। ਇਹ ਉਹਨਾਂ ਨੇ ਉੱਥੋਂ ਟਰਨ ਲਈ। ਅੱਛਾ, ਕਿ ਮਤਲਬ ਰੱਜਿਆ ਹੋਇਆ ਸ਼ੇਰ। ਰੱਜਿਆ ਹੋਇਆ ਸ਼ੇਰ। ਤੇ ਫਿਰ ਉਹ ਸ਼ੇਰ ਨਹੀਂ, ਉਹਨਾਂ ਨੇ ਫਿਰ ਉਹ ਜੋੜਾ ਸੀ ਉਹਨਾਂ ਨੇ ਫਿਰ ਉਹ ਵੀ ਉੱਥੋਂ ਹੀ ਗੱਲ ਲਈ ਹੈ ਕਿ ਜਿਹੜਾ ਸ਼ੇਰ ਨਹੀਂ ਉਹਦੇ ਪਿੱਛੇ ਪਿੱਛੇ ਹੈ ਤੇ ਉਹ ਅੱਗੇ ਅੱਗੇ। ਅੱਛਾ। ਉੱਥੋਂ ਟੋਰ ਵੀ ਲਈ ਹੈ। ਫਿਰ ਜਿਹੜਾ ਸੁਲਤਾਨ ਰਾਈ ਸਾਹਿਬ ਦੇ ਦੌਰ ਦੇ ਵਿੱਚ ਨਾ, ਜਿਹੜਾ ਹਾਲ ਦੇ ਵਿੱਚ ਫਿਲਮ ਦੇਖਦਾ ਸੀ ਨਾ, ਉਹ ਆਪਣੇ ਆਪ ਨੂੰ ਸੁਲਤਾਨ ਰਾਈ ਸਮਝਦਾ ਸੀ ਤੇ ਅੰਜਮਨ ਸਮਝਦਾ ਸੀ ਮੇਰੇ ਪਿੱਛੇ ਪਿੱਛੇ ਇਸ ਕਰਕੇ ਲੋਕ ਮੈਨੂੰ ਇੱਕ ਗੱਲ ਦੱਸੋ, ਇੰਨੀਆਂ ਤੁਹਾਨੂੰ ਗੱਲਾਂ ਸੁਲਤਾਨ ਰਾਈ ਦੀ, ਉਹਨਾਂ ਦੇ ਨਾਲ ਕੀੜੀ ਕਾੜਾ ਖੇਡਦੇ ਰਹੇ ਹੋ ਕਿ ਸਟਾਪੂ ਖੇਡਦੇ ਰਹੇ ਹੋ? ਮੈਂ ਸ਼ਾਗਿਰਦ ਸ਼ਾਗਿਰਦ ਮੈਂ ਰੰਗੀਲਾ ਸਾਹਿਬ ਦਾ ਹੈ, ਲੇਕਿਨ ਮੇਰੇ ਮਨ ਦੇ ਅੰਦਰ ਜਿਹੜਾ ਨਾ ਉਹ ਸੁਲਤਾਨ ਰਾਈ ਸਾਹਿਬ ਵਸਦੇ ਨੇ। ਕੀ ਬਾਤ ਹੈ ਤੁਹਾਡੀ। ਮੈਂ ਜਿੰਨੀ ਗੱਲ ਉਹਨਾਂ ਦੇ ਬਾਰੇ ਚ ਮੈਨੂੰ ਲੱਭੇ ਮੈਂ ਜ਼ਰੂਰ हासिल कर। नहीं, नो डाउट साढ़े लेजेंडरी आर्टिस्ट ने, और बड़े अफसोस की बात है कि हम जैसे इंडिया वाले ना अपने पुराने आर्टिस्टां ਨੂੰ ਯਕੀਨ ਕਰੋ ਮਰੇ ਹੁੰਦੇ ਨਾ ਨਹੀਂ ਆ, ਉਹ ਕੀ ਕਹਿੰਦੇ ਨੇ ਰਾਖ ਜਿਹੜੀ ਉਹਨਾਂ ਨੂੰ ਸੁੱਟੀ ਹੁੰਦੀ ਉਹ ਮੁੱਕ ਮੁਕਾ ਗਈ, ਲੇਕਿਨ ਅਜੇ ਵੀ ਉਹ ਹਮਾਰਾ ਉਹ ਆਰਟਿਸਟ ਥਾ ਹਮਾਰਾ ਉਹ। ਤੇ ਸਾਡਿਆਂ ਬੱਚਿਆਂ ਨੂੰ ਨਵੀਂ ਜੈਨਜ਼ੀ ਨੂੰ ਪਤਾ ਹੀ ਕੋਈ ਨਹੀਂ ਕਿ ਸਾਡੇ ਕਿੰਨੇ ਕਿੰਨੇ ਅਜ਼ੀਮ ਆर्टिस्ट गए ने, किन्ने किन्ने खूबसूरत। रंगीला साहब हो गए, मुनव्वर ज़रीफ साहब, क्या नाम, मतलब मुनव्वर ज़रीफ साहब को पूरी दुनिया देखे आप फॉलो करती है कॉमेडी में, साडे बच्चों ਨੂੰ पता ही कोई नहीं है। वैसे ਤੁਹਾਨੂੰ पता है मुनव्वर ज़रीफ कौन है? मुनव्वर ज़रीफ साहब ਸਾਡੇ ਬੜੇ जीनियस फनकार होए ने। मुनव्वर ज़रीफ साहब वो लोग होए ने कि अगर फर्ज करो डायरेक्टर ने कहा ना कि अभी फीता, उन्हें पूछे कैमरामैन फीता कितना है, उन्हें कहा जी 5 मिनट का फीता है, तो उन्होंने कहा चलो 4 मिनट का सीन है मुनव्वर साहब का, ते फीता मुक गया है, तो बंदा कही जा रहा राणो कित्थे जा रही है, क्यों ये है वो है, वो बंदा इन्ना जीनियस है। रंगीला साहब दी ते मुनव्वर साहब दी ਜਿਹੜੀ ਜੋੜੀ ਸੀ ਨਾ, ਇਹ ਦੋਵੇਂ ਬੰਦੇ ਜਿਹੜੇ ਸੀ ਨਾ, ਇੱਕ ਦੂਸਰੇ ਤੋਂ ਬਗੈਰ ਜਿਹੜਾ ਕੁਝ ਵੀ ਨਹੀਂ ਸੀ। ਨੋ ਡਾਊਟ। ਕਿਉਂਕਿ ਮੁਨੱਵਰ ਸਾਹਿਬ ਜੁਗਤ ਕਰਦੇ ਸੀ, ਅੱਗੋਂ ਰਾਈ ਸਾਹਿਬ ਮੁਨੱਵਰ ਸਾਹਿਬ ਜੁਗਤ ਕਰਦੇ ਸੀ, रंगीला साहब उस जुगत ਨੂੰ पब्लिक ਨੂੰ ਦੱਸਦੇ ਸੀ ਕਿ ਮੈਨੂੰ ਇਹਨੇ ਕਹਿ ਦਿੱਤਾ। हाँ, बॉडी लैंग्वेज के थ्रू। बॉडी लैंग्वेज। अच्छा हामिद साहब, बड़ा मजा आ रहा है आपसे बातें करके, दिल नहीं कर रहा कि आपको आपका जाने दें आपको, लेकिन आपने भी अपने बच्चों के साथ टाइम स्पेंड करना होगा। जाते जाते ਜਿਹੜੇ ਸਾਡੇ ਦੇਖਣ ਵਾਲੇ ਨੇ ਉਹਨਾਂ ਦੇ ਵਾਸਤੇ ਈਦ ਦਾ ਕੋਈ ਪੈਗਾਮ ਜਾਂ ਈਦ ਦੀ ਕੋਈ ਜੁਗਤ ਜਾਂ ਈਦ ਦਾ ਕੋਈ ਆਈਟਮ ਪੇਸ਼ ਕਰਨਾ ਚਾਹੋ? ਨਹੀਂ, ਆਈਟਮ ਨਹੀਂ, ਬਸ ਈਦ ਤੇ ਇਹ ਹੈਗਾ ਕਿ ਤੁਸੀਂ ਆਪਣੇ ਇਰਦ ਗਿਰਦ ਜਿਹੜਾ ਧਿਆਨ ਰੱਖੋ। ਉਹ ਲੋਕ ਜਿਹੜੇ ਨੇ ਜਿਨ੍ਹਾਂ ਨੇ ਵਿਚਾਰੇ ਨੇ ਗੋਸ਼ਤ ਹੀ ਕਦੀ ਕਦੀ ਖਾਦਾ ਹੁੰਦਾ, ਜ਼ਰੂਰੀ ਨਹੀਂ ਵੱਡੀ ਤੇ ਹੀ ਤੁਸੀਂ ਗੋਸ਼ਤ ਦੇਣਾ ਲੋਕਾਂ ਨੂੰ, ਤੇ ਆਪਣੇ ਇਰਦ ਗਿਰਦ ਖਿਆਲ ਰੱਖਣਾ ਚਾਹੀਦਾ। ਤੁਸੀਂ ਸਾਦੀਆ ਜੀ ਇਹ ਦੇਖੋ, ਜਿਹੜਾ ਅਸੀਂ ਔਰ ਤੁਸੀਂ ਦੌਰ ਦੇਖਿਆ ਨਾ, ਜਦੋਂ ਸਾਡਾ ਮਾਂ-ਬਾਪ
ਅਸੀਂ ਬੱਚੇ ਤੇ ਮਾਂ-ਬਾਪ ਸਾਡਾ। ਮੈਂ ਵੀ ਬੱਚੀ ਆ, ਮੈਂ ਹਾਂ, ਹਲੇ ਹਾਂ, 16 ਨਹੀਂ, ਸਾਲ ਦੀ ਆ। 16 ਮੈਨੂੰ ਪਤਾ ਹੈ। ਤੇ ਉਹ ਗੱਲ ਇਹ ਹੈਗੀ ਹੈ ਕਿ ਕੀ ਬਾਤ ਹੈ। क्या मैं 16 की नहीं लगती? देखिए मैं VIP यंग, आई एम स्टिल यंग। हाँ हाँ, क्यों नहीं। नाज़रीन को जलने की बू आ रही है। शरबत पीने वाला मच्छर। यकीन करो ਤੁਹਾਡਾ ਜੇ ਖੂਨ ਪੀਵਾਂਗੀ ਨਾ ਉਸ ਤੋਂ ਬਾਅਦ ਜੀਣਾ ਬੰਦਾ ਨਹੀਂ ਮੇਰਾ। ਕੀ ਬਾਤ ਹੈ। ਇਹੋ ਜੀ ਮੱਖੀ ਨਾ ਐਵੇਂ ਖੱਟਾ ਖਾ ਕੇ ਇੱਕ ਅੱਖ ਬੰਦ ਕਰਕੇ ਉੱਡ ਰਹੀ ਹੈ। नाज़रीन ਉਹਨਾਂ ਦੀ ਪੀਐਚਡੀ ਚੈੱਕ ਕਰ ਲਓ ਮੱਖੀਆਂ ਮੱਛਰਾਂ ਤੇ, ਚੈੱਕ ਕਰੋ ਜ਼ਰਾ। अच्छा जी, जाते जाते ਇਹੋ ਜੀ ਬਿੱਲੀ ਗੂੰਗੀ ਹੁੰਦੀ, ਬੋਲਦੀ ਨਹੀਂ ਸੀ। ਆਸੇ ਪਾਸੇ ਆਪਣੇ ਖਿਆਲ ਰੱਖਣਾ ਚਾਹੀਦਾ। नाज़रीन ਤੇ ਇਹੋ ਜਿਹਾ ਕੁੱਤਾ ਹੁੰਦਾ ਆਪਣੀ ਪੁੱਛਣ ਨੂੰ ਨਾ ਉਹ ਕਰਦਾ ਰਹਿੰਦਾ, ਫੜਨ ਦੀ ਕੋਸ਼ਿਸ਼ ਕਰਦਾ ਰਹਿੰਦਾ और पानी। ਉਹ ਤਾਂ ਮੱਖੀ ਬੈਠੀ ਹੁੰਦੀ ਨਾ। अच्छा अमित साहब, बहुत अच्छा लगा आपसे मिलके। यकीनन हमारे देखने वालों को सपनी ते जेब च कुछ भी नहीं होता, फिर कुशल जेब च पाई। नाज़रीन इस तो पहला की गल बात जे, मिलते हैं अगले प्रोग्राम में। तब तक के लिए हामिद रंगीला साहब और सादिया खालिद को इजाजत दीजिए। अल्लाह हाफिज।